ਰੇ ਗੁਰੂ ਸਵਾਰੀ ਗੁਰੂ ਦਾ ਹੀ ਰੂਪ ਸਾਧ ਸੰਗਤ ਜੀਓ ਰਸ਼ਨਾ ਨੂੰ ਕਰੋ ਪਵਿੱਤਰ। ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਡਭਾਗੇ ਜੀਵ ਜੋ ਪਿਤਾ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੀ ਹੀ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਸਫਲ ਕਰ ਰਹੇ ਆ। ਸੰਗਤ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ, ਪਰ ਵੱਡੇ ਭਾਗ ਕੌਣ ਕਰਦਾ? ਵੱਡੇ ਭਾਗ ਕਿਸੇ ਗਵੰਡੀ ਨੇ ਆ ਕੇ ਨਹੀਂ ਕਰਨੇ। ਵੱਡੇ ਭਾਗ ਕਿਸੇ ਰਿਸ਼ਤੇਦਾਰ ਨੇ ਨਹੀਂ ਕਰਨੇ। ਵੱਡੇ ਭਾਗ ਗੁਰਮੁਖੋ ਖੁਦ ਅਸੀਂ ਕਰਨੇ ਆ। ਅਸੀਂ ਹੁਣ ਇੰਨੀ ਗੱਲ ਕਹਿਣ ਦੇ ਉੱਤੇ ਕਾਫੀ ਸੰਗਤਾਂ ਦੇ ਮਨ ਦੇ ਵਿੱਚ ਸ਼ਿਕਵਾ ਪੈਦਾ ਹੋ ਜਾਂਦਾ ਕਿ ਹਰ ਇੱਕ ਦਾ ਜੀ ਕਰਦਾ ਹੈ ਕਿ ਉਹ ਆਪਣੇ ਕਰਮ ਚੰਗੇ ਕਰੇ। ਫਿਰ ਇਹ ਧੱਕੇ ਖਾਣ ਨੂੰ ਤੇ ਕਿਸੇ ਦਾ ਦਿਲ ਨਹੀਂ ਕਰਦਾ ਜੇ ਆਪਣੇ ਹੱਥ ਦੇ ਵਿੱਚ ਹੈ। ਪਰ ਨਹੀਂ ਗੁਰਮੁਖ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸਭ ਕੁਝ ਸਮਝਾਉਣਾ ਕਰਦੇ ਆ। ਕਰਮ ਗੁਰਮੁਖ ਪਿਆਰਿਓ ਸਾਡੇ ਆਪਣੇ ਹੱਥ ਦੇ ਵਿੱਚ ਹੈ। ਚੰਗੇ ਕਰਮ ਲਿਖ ਰਹੇ ਹਾਂ ਜਾਂ ਮਾੜੇ ਲਿਖ ਰਹੇ ਹਾਂ, ਸਾਨੂੰ ਸਭ ਨੂੰ ਪਤਾ ਹੈ। ਇਹ ਨਹੀਂ ਕਿ ਸਾਨੂੰ ਪਤਾ ਨਹੀਂ। ਚੰਗੇ ਮਾੜੇ ਜੋ ਵੀ ਆਪਾਂ ਕਰਮ ਲਿਖ ਰਹੇ ਹਾਂ ਨਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇਹਨਾਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਆਖਰਕਾਰ ਗੁਰੂ ਸਾਹਿਬਾਂ ਨੂੰ ਲਿਖਣਾ ਪਿਆ, ਮਨ ਜਾਣਤ ਸਭ ਬਾਤ। ਮਨ ਜਾਣਦਾ ਸਾਰੀ ਗੱਲਾਂ। ਇਹ ਨਹੀਂ ਕੋਈ ਕਹਿ ਸਕਦਾ ਕਿ ਮੈਨੂੰ ਤੇ ਪਤਾ ਨਹੀਂ ਸੀ। ਅਤੇ ਖਾਸ ਕਰਕੇ ਜਿਹੜੀ ਸੰਗਤ ਦੇ 2 ਮਹੀਨੇ ਹੋ ਗਏ ਜਿਸ ਗਜੀਬ ਨੂੰ ਜੁੜੇ ਨੂੰ ਨਾ, ਸੰਗਤ ਦੇ ਵਿੱਚ ਇੰਨਾ ਗਿਆਨ ਵੰਡਿਆ ਜਾ ਰਿਹਾ ਹੈ, ਇੰਨਾ ਗਿਆਨ ਵੰਡਿਆ ਜਾ ਰਿਹਾ ਕਿ 2 ਮਹੀਨਿਆਂ ਦੇ ਵਿੱਚ ਨਾਰਮਲ ਹਰ ਇੱਕ ਜੀਵ ਨੂੰ ਖੇਲ ਦਾ ਪਤਾ ਲੱਗ ਜਾਂਦਾ ਹੈ। ਇਹ ਕੀ ਖੇਲ ਹੈ, ਅਸੀਂ ਕਿੱਥੋਂ ਆਏ ਹਾਂ, ਕਿੱਦਾਂ ਆਏ ਹਾਂ, ਵਾਪਸ ਕਿੱਦਾਂ ਜਾਣਾ, ਇੱਥੇ ਕੀ ਕਰਨ ਆਏ ਹਾਂ, ਸਾਰਾ ਪਤਾ ਲੱਗ ਜਾਂਦਾ ਹੈ। ਪਰ ਗੁਰਮੁਖੋ ਅਫਸੋਸ ਹੈ, ਕਿਸੇ ਵੀ ਗੁਰਮੁਖ ਨੇ ਅਵਸਥਾ ਬਣਾਉਣ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਕੋਈ ਵੀ ਗੁਰਮੁਖ ਲਾਹਾ ਨਹੀਂ ਲੈ ਰਿਹਾ। ਪਤਾ ਨਹੀਂ ਕਿਉਂ ਹਉਮੈ ਦਾ ਤਿਆਗ ਨਹੀਂ ਕਰਦੇ। ਪਤਾ ਨਹੀਂ ਕਿਉਂ ਦੁਬਿਧਾ ਦਾ ਤਿਆਗ ਨਹੀਂ ਕਰਦੇ, ਬੈਰ ਦਾ ਤਿਆਗ ਨਹੀਂ ਕਰਦੇ, ਵਿਰੋਧ ਦਾ ਤਿਆਗ ਨਹੀਂ ਕਰਦੇ। ਫਿਰ ਤੇ ਗੁਰਮੁਖ ਪਿਆਰਿਓ ਕੋਈ ਫਾਇਦਾ ਨਹੀਂ ਹੈ ਸਿਮਰਨ ਕਰਨ ਦਾ, ਕੋਈ ਫਾਇਦਾ ਨਹੀਂ ਕਥਾ ਸੁਣਨ ਦਾ ਜੇ ਅਸੀਂ ਆਪਣੀ ਅਵਸਥਾ ਤੱਕ ਧਿਆਨ ਨਾ ਦਿੱਤਾ। ਜੇ ਅਸੀਂ ਇਹ ਸੋਚਿਆ ਨਾ ਕਿ ਮੇਰੇ ਇੰਨੇ ਕੀਮਤੀ ਸਵਾਸ ਮੈਂ ਤੇ ਕੌਡੀਆਂ ਦੇ ਭਾਅ ਲੁਟਾ ਰਿਹਾ। ਇੱਕ ਦਿਨ ਲਾਸਟ ਸਮਾਂ ਵੀ ਆ ਜਾਣਾ, ਮੈਨੂੰ ਬੁਲਾ ਲਿਆ ਜਾਣਾ, ਮੈਥੋਂ ਹਿਸਾਬ ਕਿਤਾਬ ਪੁੱਛਿਆ ਜਾਣਾ। ਫਿਰ ਭਲਿਆ ਆਪਾਂ ਕੀ ਜਵਾਬ ਦੇਵਾਂਗੇ? ਜਾ ਕੇ ਕੀ ਜਵਾਬ ਦੇਵਾਂਗੇ? ਹੁਣ ਤੇ ਗੁਰਮੁਖੋ ਆਪਣੇ ਕੋਲੇ ਇਹ ਬਹਾਨਾ ਵੀ ਨਹੀਂ ਕਿ ਸਾਨੂੰ ਤੇ ਕਿਸੇ ਗੱਲ ਦਾ ਪਤਾ ਨਹੀਂ ਸੀ। ਅਜੇ ਸੰਗਤ ਤੋਂ ਪਹਿਲਾਂ ਤੇ ਦਾਸ ਮੰਨ ਲੈਂਦਾ ਵੀ ਚਲੋ ਕੁਝ ਨਾ ਪਤਾ ਹੋਵੇ, ਥੋੜ੍ਹੀ ਘੱਟ ਸੰਗਤ ਕੀਤੀ ਹੋਵੇ। ਵੈਸੇ ਤੇ ਤਕਰੀਬਨ ਸਾਰੀਆਂ ਸੰਗਤਾਂ ਦੇ ਵਿੱਚ ਇਹੀ ਦੱਸਿਆ ਜਾਂਦਾ, ਇਹੀ ਸਮਝਾਇਆ ਜਾਂਦਾ।
ਪਰ ਗੁਰਮੁਖੋ, ਜੇ ਅਸੀਂ ਇਹ ਚੀਜ਼ ਦਾ ਖਹਿੜਾ ਨਾ ਛੱਡਿਆ ਅਤੇ ਆਪਣੀ ਅਵਸਥਾ ਦੇ ਵੱਲ ਧਿਆਨ ਨਾ ਦਿੱਤਾ, ਆਪ ਤੇ ਆਪਾਂ ਨੇ ਬਾਜੀ ਹਾਰਨੀ ਹੀ ਹਾਰਨੀ ਹੈ। ਜਿਨ੍ਹਾਂ ਦੇ ਨਾਲ ਅਸੀਂ ਵੈਰ ਵਿਰੋਧ ਦੁਬਿਧਾ ਕਰਦੇ ਹਾਂ, ਉਹਨਾਂ ਨੂੰ ਵੀ ਨੁਕਸਾਨ ਪਹੁੰਚਦਾ। ਇਸ ਕਰਕੇ ਤਰਸ ਕਰੋ, ਰਹਿਮ ਕਰੋ, ਰਹਿਮ ਕਰੋ। ਪਾਤਸ਼ਾਹ ਵੀ ਤੇ ਕਹਿੰਦੇ ਆ ਗੁਰਬਾਣੀ ਦੇ ਵਿੱਚ, ਪਰ ਸਿਆਣੇ ਬਜ਼ੁਰਗਾਂ ਦਾ, ਪਤਵੰਤੇ ਸੱਜਣਾਂ ਦਾ ਇੱਕ ਕਹਾਵਤ ਹੈ ਕਿ ਜੀਓ ਔਰ ਜੀਣੇ ਦੋ। ਰਹਿਮ ਕਰੀਏ ਗੁਰਮੁਖ ਪਿਆਰਿਓ। ਆਪਾਂ ਕੁਝ ਸਮੇਂ ਦੇ ਲਈ ਇੱਥੇ ਖੇਲਣ ਆਏ ਹਾਂ, ਪਤਾ ਨਹੀਂ ਕਦੋਂ ਇੱਥੋਂ ਚਲੇ ਜਾਣਾ। ਕਿੰਨੇ ਕੁ ਸਾਡੇ ਕੋਲੇ ਸਵਾਸ ਨੇ, ਕਿਸੇ ਨੂੰ ਕੁਛ ਨਹੀਂ ਪਤਾ। ਇਹ ਢੱਕਿਆ ਢੋਲ ਹੈ ਅਤੇ ਆਪਣੇ ਕੋਲੋਂ ਹਰ ਰੋਜ਼ ਨੌਜਵਾਨ ਬੱਚੇ ਬੱਚੀਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਜਾ ਰਹੇ ਆ। ਜਿਸ ਬੀਬੀ ਦੀ ਦਾਸ ਰਾਤ ਗੱਲ ਕਰਦਾ ਸੀ, 28-29 ਸਾਲ ਦੀ ਨੌਜਵਾਨ ਲੜਕੀ ਹੈ, 2 ਬੱਚੇ ਆ, ਬੱਚਿਆਂ ਦੀਆਂ ਸਕੂਲ ਵਾਲੀਆਂ ਵਰਦੀਆਂ ਧੋ ਰਹੀ ਹੈ। ਮਨ ਦੇ ਵਿੱਚ ਤਮੰਨਾ ਹੈ ਬੱਚਿਆਂ ਦੀ ਵਰਦੀਆਂ ਧੋ ਕੇ ਫਟਾਫਟ ਸੁਕਾ ਕੇ ਸਵੇਰ ਦੇ ਲਈ ਸਕੂਲ ਦੇ ਲਈ ਤਿਆਰ ਕਰਾਂਗੀ। ਵਰਦੀਆਂ ਸੁੱਕਣੇ ਪਾਉਣ ਤੋਂ ਪਹਿਲਾਂ ਸੋਚਿਆ ਕਿ ਮੈਂ ਤਾਰ ਨੂੰ ਸਾਫ਼ ਕਰ ਲਾਂ, ਜਿਸ ਤਾਰ ਦੇ ਉੱਤੇ ਬੱਚਿਆਂ ਦੇ ਕੱਪੜੇ ਪਾਉਣੇ ਸੀ। ਕੀ ਉਸ ਨੂੰ ਪਤਾ ਸੀ ਮੈਂ ਇੱਦਾਂ ਚਲੇ ਜਾਣਾ? ਮੈਂ ਕੱਪੜੇ, ਇਹ ਤਾਰ ਸਾਫ਼ ਨਹੀਂ ਕਰ ਰਹੀ, ਮੈਂ ਤੇ ਮੌਤ ਨੂੰ ਬੁਲਾਵਾ ਦੇ ਰਹੀ ਹਾਂ। ਗੁਰਮੁਖ ਪਿਆਰਿਓ, ਇੱਦਾਂ ਦਾ ਹਾਦਸਾ ਆਪਣੇ ਨਾਲ ਵੀ ਹੋ ਸਕਦਾ ਹੈ। ਅਸੀਂ ਕੋਈ ਉੱਤੋਂ ਨਹੀਂ ਡਿੱਗੇ ਹੋਏ, ਸਾਡੇ ਨਾਲ ਇਸ ਤੋਂ ਵੀ ਡੇਂਜਰ ਹੋ ਸਕਦਾ ਹੈ, ਇਸ ਤੋਂ ਵੀ ਖਤਰਨਾਕ ਹੋ ਸਕਦਾ ਹੈ। ਮਾਲਕ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਆਪਾਂ ਨੂੰ ਘਰ ਬੈਠਿਆਂ ਨੂੰ ਸਤਸੰਗਤ ਪਿਤਾ ਪਹਿਚਾ ਰਿਹਾ। ਪਤਾ ਨਹੀਂ ਕਿਵੇਂ ਕਿਵੇਂ ਪਿਤਾ ਨੇ ਸਾਨੂੰ ਪਿਛਲੇ ਸੰਜੋਗੀਆਂ ਨੂੰ ਇਕੱਠੇ ਕਰ ਦਿੱਤਾ। ਕਾਹਦੇ ਲਈ? ਇਸ ਭਵਜਲ ਨੂੰ ਤਰਨ ਦੇ ਲਈ, ਇਸ ਭਵਜਲ ਨੂੰ ਪਾਰ ਕਰਨ ਦੇ ਲਈ। ਪਾਤਸ਼ਾਹ ਕਹਿੰਦੇ ਤੇਰੀ ਵਾਰੀ ਹੈ, ਉਹ ਭਲਿਆ ਮਿਲ ਲੈ, ਤੂੰ ਮਿਲ ਲੈ। ਪਰ ਗੁਰਮੁਖ ਪਿਆਰਿਓ, ਜੇ ਅਸੀਂ ਹੁਣ ਵੀ ਨਾ ਮਿਲੇ ਨਾ, ਹੁਣ ਵੀ ਅਸੀਂ ਕੋਸ਼ਿਸ਼ ਨਾ ਕੀਤੀ, ਫਿਰ ਲਾਹਨਤ ਹੈ ਸਾਡੇ ਮਨੁੱਖਾ ਜਨਮ ਦੇ ਉੱਤੇ, ਧਿਰ ਗਏ ਸਾਡੇ ਮਨੁੱਖਾ ਜਨਮ ਦੇ ਉੱਤੇ। ਫਿਰ ਤੇ ਕੋਈ ਫਾਇਦਾ ਨਹੀਂ ਸਤਸੰਗਤ ਕੀਤੀ ਦਾ। ਕਿੰਨੀ ਵਾਰ ਦਾਸ ਕਹਿ ਚੁੱਕਿਆ, ਆਪੋ ਆਪਣੀ ਆਪਾਂ ਨੋਟ ਬੁੱਕ ਲਾ ਲਈਏ। ਜੇ ਜ਼ਿਆਦਾ ਨਹੀਂ, 1 ਮਹੀਨੇ ਦਾ ਹੀ ਹਿਸਾਬ ਕਿਤਾਬ ਰੱਖ ਕੇ ਦੇਖ ਲਓ, ਪਤਾ ਲੱਗ ਜਾਣਾ ਅਸੀਂ ਕਿੰਨੇ ਕੁ ਤੇਜ਼ ਹਾਂ, ਕਿੰਨੇ ਕੁ ਚਤਰ ਹਾਂ, ਕਿੰਨੇ ਕੁ ਚਲਾਕ ਹਾਂ, ਕਿੰਨਾ ਕੁ ਘਰ ਦੇ ਲਈ ਅਸੀਂ ਕਮਾਈ ਕਰ ਰਹੇ ਹਾਂ। ਜ਼ਿਆਦੇ ਸਿਆਣੇ ਹਾਂ, ਤੂੰ ਆਪਣਾ ਤੇ ਕੁਝ ਵੀ ਨਹੀਂ ਕਰ ਰਿਹਾ, ਆਪਣਾ ਤੇ ਸਵਾਰ ਲੈ, ਘੱਟੋ ਘੱਟ ਕਰ ਲੈ ਤੂੰ ਚਲਾਕੀਆਂ ਚਤੁਰਾਈਆਂ, ਪਰ ਆਪਣਾ ਤੇ ਸਵਾਰ ਲੈ ਕੁਝ। ਚਤਰੀਆਂ ਚਲਾਕੀਆਂ ਵੀ ਕਰ ਰਹੀਆਂ ਤੇ ਉਹ ਵੀ ਦੂਜਿਆਂ ਦੀ ਖਾਤਰ, ਉਹ ਵੀ ਹਾਰਨ ਦੇ ਲਈ। ਇਸ ਕਰਕੇ ਸਾਹਿਬਾਂ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਆ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਕਹਿੰਦੇ ਜਾਣ ਬੁੱਝ ਕੇ ਕਰਦੇ, ਤੈਨੂੰ ਸਾਰਾ ਪਤਾ ਹੈ,
काहे की कुसलात हाथ दीप कूए पर। ये करन तो बाद फिर कह दिंदा मेरी अवस्था नहीं बनी, मैनू कुछ दे दिओ कोई, मेरी अवस्था नहीं बनी। अवस्था ते तां बनेगी गुरमुखो जे असी गुरु की सेवा करांगे। सेवा करनी है किद्दां है, किद्दां गुरु की सेवा करनी है, वो साहिबा ने गुरबाणी दे विच दस दिता। गुर की सेवा नाम ते आईए, आ सेवा है। गुर की सेवा नाम ते आईए, ये सेवा है गुरु दी। हुण दस तू 24,000 सवास दे विचों किन्ने 100,000 सवास नाम ते आया है? किन्ने सवासां दे विच नाम जपे है तूं? दस दे किन्ने सवासां च गुरु की सेवा कीती है? लिख लै, हिसाब किताब कर लै, फिर लिख लै उस तो बाद किन्ने सवासां दे विच निंदिया कीती है, किन्नियां च चुगली कीती है। फिर लिख लै किन्नियां सवासां दे विच सैंसे चिंता फिकर कीते, किन्ने सवासां दे विच दूजियां बारे सोचीए। कर लै फिर अकॉर्डिंग 24,000 ਜਿਹੜਾ तू मालक की सेवा की है उसनूं घटा लै, उस दे विचों उसनूं घटा के बाकी देख लै किन्ने दा करजाई हो गया। अज आया तो इस जग ते करजा लाउण दे लई सी, इस जग ते करजा लाउण दे लई आया सी। आ कह दिता पिता ने मनमुख करज चढ़िया विख भारी, उड़ला करजा होर चढ़ा चलिया, रोज चढ़ा रहे हैं। फिर सोच लै कि पातशाह गुरबाणी च कह रहा है तेरे मन नूं मैल लगी है। मैल काहदी लगदी है? निंदिया चुगली बैर विरोध ईरखा। हुण दिन दे विच किन्ने घंटे कीती ये? उस दी ते मन नूं मैल लग रही है। होर उतारन दी नहीं सोची, मैल लाई जाने आ, रोज लाई जाने आ, रोज लाई जाने आ। फिर कह रहे हैं कि भाई साहब अवस्था नहीं बनती। गुरमुखो अवस्था ते तां बनेगी जे ये काला होया मन कुछ साफ होएगा। ये मन नूं कालस लगी है, जुगां जगंतरां दी लगी है। ठीक है तू पिछली नहीं उतार सकिया, आया तो ये भी उतारन दे लई सी। जिहड़ी जिंदगी है, जिहड़ी जिंदगी है ये एक पदार्थ है। इस पदार्थ नूं पाया तू, पर गुरमुख प्यारो इस जन्म नूं लैके मनुखा जन्म धारण करके लगी हुई जन्मां जन्मंतरां दी मैल नूं लाउणा सी। पर लाउण ते दूर दी गल है मैल उतारन दी। असी ते गुरमुखो हर रोज नमी ला रहे हैं, नमी। फिर किद्दां अवस्था बनेगी, किद्दां थिर कर जावांगे। दास ने ते सोचिया सी, कल विचार कीती सी कि नवियां पुराणियां दे हिसाब दे नाल आपां क्लासां होर लावांगे, होर दिमाग ते बोझ पावांगे थोड़ा जा। बेशक किन्ना ही टाइम क्यों ना देना पै जे, वध तो वध जीवां नूं इस भवसागर चों कढीए। पर खेल कुछ उलट हुंदा जांदा है। कल्ला जीव किन्नी क कोशिश करेगा, नहीं होएगी, नहीं होएगी। गुरमुख प्यारिओ
जिन्नी देर संगत का साथ नहीं मिलता उन्नी देर आपां इस भवजल नूं पार नहीं कर सकते। ये अकल्ले बंदे दे चप्पू मारन दे नाल असी भवसागर पार नहीं कर सकते। साडा सारिआं दा रल के फर्ज है चप्पू मारना, कोशिश करनी, तां असीं उस दिशा वल नूं वध सकते हैं। पर कई वार दास कह चुके है कि सारे हंबला मारीए गुरमुखो हंबला। की लैके जाना है असी इत्थों, की फायदा होया हर रोज़ घंटे सुबह शाम समा लाउण दा, जे असी चेंजिंग नहीं लैके आउणी, कुछ जे असी तब्दीली नहीं लैके आउणी अपने आप दे विच, कोई फायदा नहीं गुरमुखो। कोशिश करो अपने आप दे विच तब्दीली लेके आओ, चेंजिंग करो अपने आप दे विच। दुश्मन दा मुकाबला करो, मुकाबला। दुश्मन बाहर नहीं है अपना, आपो अपने अंदर बैठे आ दुश्मन। इस दुश्मन की खोज करो, खोज करके इस दुश्मन दे नाल युद्ध करो, युद्ध जिहड़ा अंदर दुश्मन है। इस दे नाल युद्ध करके फिर गुरमुख प्यारिओ कोशिश करो उस स्थिर कर जाण दी, निज कर जाण दी। जिन्नी देर असी दुश्मन दा सिर नहीं दबा सकते, जदों आर्मी दा आपस दे विच दूजे देशां दे नाल युद्ध लग्गिआ हुंदा ना, तां फौज एक टुकड़ी नूं किसे ना किसे पासियों कवरिंग फायर दे के उन्हां नूं दुश्मन वल नूं वधाउंदी है। एक पासियों उस दुश्मन की टुकड़ी के उत्ते फायरिंग की जाती है, कोई एक टुकड़ी जबरदस्त फायरिंग करके उन्हां दे सिर नूं दबा लैंदी है, ते उधरों अपनी फौज की किसी टुकड़ी नूं ससकीरिया जाता है कि असी उन्हां दा सिर दबावांगे, असी उन्हां ते फायर खोलांगे, तुसी दूजे पासियों हरकत करके उन्हां वल नूं वध जाना, ताकि उन्हां दे नज़दीक जाके तुसी उन्हां ते फायर खोलदे हो। ये एक तरीका है दुश्मन दे सिर नूं दबाउण दा। जिन्नी देर असी ये तरीका नहीं अपनाउंदे, असी दुश्मन दे उत्ते गुरमंत्र दे तीरां दा फायर नहीं करदे, उन्नी देर गुरमुखो दुश्मन दी फौज ने दबना नहीं। दुश्मन भी फौज बड़ी त्याग, बड़ी तेज है, कोशिश करो उस तो बचण दी। अते नाल दी नाल कोशिश ये करो कि जित फेर होएगी जे असी गुरु की सेवा दे उत्ते निपुण लगे हुए हाँ। ये ना होवे सेवा होवे ना साडी ते डिमांडां असी बड़ियां वड्डियां कर दईए। सेवा तो है नहीं साडी, सेवा का भाव साडी जेब च धन नहीं इकट्ठा होया, असी कमाई नहीं कीती, डिमांडां करतियां। फिर कहता पातशाह ने सेवा थोड़ी मंगण बहुता, कहंदे सेवा थोड़ी है मंगण ज़्यादा है। पर उस दे नाल तू दुश्मन दे उत्ते अटैक नहीं कर सकदा अते अपने थिर घर दे विच जा नहीं सकदा, क्यों? तेरी सेवा नहीं। पातशाह कहंदे सेवा थोड़ी मांगण बहुता, महल न पावै कह तो पहुता, महल न पावै कह तो पहुता।
आ दो वर्डिंग की समझ नहीं आई होनी गुरमुखां नूं। कह तो कक्का हाहा तत्ता तत्ते नूं होड़ा, कह तो पहुता पप्पा हाहे नूं औंकड़ तत्ता तत्ते नूं कन्ना, पा होता भाव सेवा थोड़ी मांगण बहुता, महल न पावे कह तो पहुता। कहते महल अपने थिर कर अपने निज कर तो पहुँच नहीं सकिया, महल ना पावे थिर कर पहुँच नहीं सकिया, पर दूजिਆਂ ਨੂੰ कह रहा मैं पहुँच गया उत्थे, मैं उत्थे पहुँच गया। दूजिਆਂ ਨੂੰ दस रहे कह तो पहुता, पता लगे कह तो दा। महल ना पावे पहुँचिया नहीं उत्थे, कह तो पहुता कहता मैं पहुँच गया उत्थे, मैं थिर कर वेख लिया, मैं निज कर वेख लिया। पातशाह कहते ये गल्लां गल्लां दे नाल गल नहीं बनन वाली। अते दूजिਆਂ ਨੂੰ की करदे भेख दिखा रहे, भेख। पातशाह कहते ये भेख दिखा के तू संत नहीं बन सकदा, तू साधु नहीं बन सकदा। पुलिस की झूठी वर्दी पा के तू थाणेदार नहीं बन सकदा। होर किसी दे कपड़े पा के पहरा पा के तू वो नहीं बन सकदा। पातशाह कहते भेख दिखावे सच ना कमावे। कहते भेख कीता पर सच नहीं। जे साधुआं वाले कपड़े पाए है अंदर साधुपना नहीं, जे पुलिस की वर्दी पाई है तो ट्रेनिंग नहीं। भेख दिखावे सच ना कमावे, कह तो महली निकट ना आवे। फिर कहते महलों के नेड़े पहुँच जाऊँगा। पातशाह कहते नहीं पहुँच सकता। क्यों? क्योंकि अंदर सच नहीं है, सच नहीं है अंदर, कूड़ है अंदर, झूठ है, फरेब है, ठगी है, चोरी है, निंदा है, चुगली है। जिन्नी देर साडे अंदरों ये खत्म नहीं हुंदा असी अवस्था नहीं बना सकते गुरमुखो। जिन्नी देर साडी अवस्था नहीं बनती असी महल दे विच पहुँच नहीं सकते, असी महल दे विच पहुँच नहीं सकते। इस करके एक बार फिर तुहाडे चरनां दे विच जोदड़ी है, बेनती है, बेनती है तुहाडे चरनां दे विच। कोशिश करिया करो, कोशिश करिया करो, वध तो वध सेवा करिए, वध तो वध सेवा करिए। गल्लां दे नाल गल नहीं बननी गुरमुख प्यारिओ, नहीं गल्लां दे नाल गल बननी। जिन्नी देर बह के 2-2 घंटिਆਂ की भगती ला के चौंकड़ा ला के ये शरीर नूं छड्डना नहीं सिखते, जिन्नी देर 9 दरवाज़िਆਂ तो तां उठ के 10वें दर ते जाके उस मालक नूं पुकारना नहीं सिखते, उस तक आवाज़ पहुँचाउणा नहीं सिखते, उदों तक गुरमुख प्यारिओ साडा ये सारा भेख दिखावा बेअर्थ है, बेअर्थ है। जदों असी अंदरले दिलों आवाज़ां मारन लग गए ना, अंदरले दिलों पुकारन लग गए गुरमुख प्यारिओ, साडे पिता ने साडी आवाज़ नूं सुन लैणा, साडी फरियाद नूं सुन लैणा, साडी पुकार नूं सुन लैणा कि मेरा बच्चा अंदरले दिलों मैनूं वाजा मारदा, मैनूं वाजा मारदा। जिद्दां किसी गुरमुख ने अपने एक छोटी जी वीडियो पाई सी, शायद वो संत भाई गुरमीत सिंह है, उन्हां दा नाम, वो नानकसर मंडली दे विचों ने, उन्होंने
छोटी जी क्लिप पाई सी कि जिन्नी देर बंदा जदों एक बंदा नदी दे विचाले घिरिया होया पानी तां नूं चढ़दा वधदा जा रहा है अते बंदे नूं सामणे मौत दिखाई दे रही है कि जे मैं इत्थों किसी ने मैनू ना कढ़िया तां मैं इस नदी दे विच डुब जाना है। फिर जदों वो बंदा पुकारदा ना उस दे अंदरों जिहड़ी डर दी पुकार हुंदी है वो सिद्धी उस पातशाह दे कन्नां तक पहुँचदी है। क्यों? क्योंकि उस दी डर दी फरियाद दे विच उस वेले कोई होर लोभ या लालच नहीं हुंदा, उस दा होर ध्यान किसी पासे नहीं गया हुंदा। एक पासे उस नूं मौत दिखदी है, दूजे पासे बचाउण वाला उस नूं शहनशाह दिखदा है, तीजा वो आप है। फिर वो आवाज़ मारदा तां उस मालक तक वो आवाज़ पहुँचदी है। क्यों? अंदरले दिलों आवाज़ मारी सी। आपां भी ऐदां सिੱਖੀਏ गुरमुखो आवाज़ मारनी। अपने विचाले जिहड़ा तीजा है ना वो माया है, वो हउमे है, वो वैर है, वो विरोध है। जिन्नी देर इस नूं त्याग नहीं दिंदे उन्नी देर नाम नहीं बस सकदा। कह दिता मेरे साहिबां ने स्पष्ट गुरबाणी दे विच, हउमै नावै नाल विरोध है, दोए ना बसैं एक ठाई। हउमे दा ते नाम दा विरोध है गुरमुखो, दोए एक थां ते नहीं बसदे। जदों दास नूं कीती हुई अपनी मेहनत दा रिजल्ट अगों जीरो दिखदा ना फिर मन ते सट लगदी है कि की फायदा होया साडा कंटीन्यूज संगत नूं समां देण दा। आप अपनी आराम भी छड्डिया, अपनी भगती भी छड्डी ते इन्ना समां संगत नूं दोनों टाइम दे रहे हैं। छोटे जे सुनेहे दे उत्ते बिना कोई पैसा मुकर्र कीतियां 300 400 किलोमीटर तक जा के कोशिश करींदी है, पर रिजल्ट फिर जीरो दा जीरो। कुछ क गुरमुखां नूं छड्ड के कुछ क नूं, वो किहड़े बिरले। अजे भी मेरे मालक दा शुक्र है, लख लख शुक्र है कि उसने बिरले जीव ते रख दिते, बिरले जीव ते छड़ा लए। गुरमुखो जे यही अवस्था रही ना, यही ढंग रहा, असी कुछ पल्ले ना पाया, फिर आपां नूं ये क्लासां बंद करनियां पैणियां। कोशिश तो ये सी कि सोहणे पहरेदार उच्ची अवस्था पहरेदारां दी बना के पहलां, फिर आपां अवस्था के मुताबक स्टैप बाय स्टैप क्लासां ला के एक वधिया यूनीवर्सिटी तैयार करिए, एक वधिया कॉलेज स्कूल तैयार करिए कि जिस दे विच क्लास बाई क्लास स्टूडेंटां नूं सारिआं नूं ज्ञान उपलब्ध हो। फिर असी कह सकीए मालक नूं कि मेरे मालका जदों साडे सवास पूरे हो गए लै जाई सानूं। साडे अंदर भी फिर भगत कबीर दी तरह चाह पैदा हो जाए, कह सकिए मुझे मरने का चाव है, मरो तो हर कै द्वार। फिर ही कह सकांगे जे उस घर दे विच आउणा जाना बनावांगे। जे उस घर दे विच आउणा जाना बनावांगे तां कह सकदे हां, गल्लां नाल नहीं गुरमुखो।
ਗੱਲਾਂ ਵਾਲਿਆਂ ਲਈ ਤੇ ਪਹਿਲਾਂ ਵੀ ਬਹੁਤ ਵਾਰ ਮਾਲਕ ਨੇ ਇਹ ਸ਼ਬਦ ਪੜ੍ਹਾਏ। ਇੱਕ ਗੱਲਾਂ ਕਰੇ ਕਨੇਰੀਆਂ, ਗੱਲੀ ਕਿਨੇ ਨਾ ਪਾਇਆ। ਗੱਲਾਂ ਗੱਲਾਂ ਦੇ ਨਾਲ ਗੁਰਮੁਖ ਪਿਆਰਿਓ ਉਸ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ, ਉਸ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ ਗੱਲਾਂ ਗੱਲਾਂ ਦੇ ਨਾਲ। ਬੇਨਤੀ ਹੈ ਜੇ ਉਸ ਮੰਜ਼ਿਲ ਤੱਕ ਪਹੁੰਚਣਾ ਨਾ, ਪਰਹੇਜ਼ ਨੂੰ ਧਿਆਨ ਦੇ ਵਿੱਚ ਰੱਖ ਲਓ। ਵੈਸੇ ਤੇ ਦਾਸ ਨੇ 3 ਗੱਲਾਂ ਦਾ ਆਖਿਆ ਹੋਇਆ। ਕੱਲੀ ਭਗਤੀ ਵੀ ਸਾਨੂੰ ਕੁਝ ਨਹੀਂ ਕਰੇਗੀ ਜੇ ਅਸੀਂ ਪਰਹੇਜ਼ ਨਾ ਕੀਤਾ। ਕੱਲਾ ਪਰਹੇਜ਼ ਕੁਛ ਨਹੀਂ ਕਰੇਗਾ ਜੇ ਅਸੀਂ ਭਗਤੀ ਨਾ ਕੀਤੀ। ਕੱਲੀ ਭਗਤੀ ਪਰਹੇਜ਼ ਕੀ ਕਰੇਗਾ ਜੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਨਾ ਕੀਤੀਆਂ। ਅਸੀਂ ਦਸਵਾਂ ਦਸੌਂਦ ਨਾ ਕੱਢਿਆ, ਅਸੀਂ ਗਰੀਬ ਦੇ ਸਹਾਇਤਾ ਨਾ ਕੀਤੀ, ਅਸੀਂ ਕਿਸੇ ਜੀਵ ਤੇ ਦਇਆ ਨਾ ਕੀਤੀ, ਅਸੀਂ ਪੁੰਨ ਨਾ ਕੀਤਾ। ਇਹ ਤਿੰਨੇ ਚੱਲਾਂ ਜ਼ਰੂਰੀ ਹੈ ਗੁਰਮੁਖ ਪਿਆਰਿਓ, ਅਤੀ ਜ਼ਰੂਰੀ ਹੈ। ਗੁਰੂ ਦੇ ਸਿਧਾਂਤ ਅਤੀ ਜ਼ਰੂਰੀ ਹੈ। ਪਰ ਬਹੁਤ ਸਾਰੇ ਜੀਵ ਇਹ ਸਿਧਾਂਤਾਂ ਤੋਂ ਕੋਹਾਂ ਦੂਰ ਨੇ, ਕੋਹਾਂ ਦੂਰ। ਹੱਕ ਬਣਦਾ ਸੀ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ, ਫਿਰ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ। ਪਰ ਅਸੀਂ ਤੇ ਗੁਰੂ ਦੇ ਸਿਧਾਂਤਾਂ ਨੂੰ ਕੀਲੀ ਟੰਗ ਦਿੱਤਾ। ਸਾਨੂੰ ਕੋਈ ਡਰ ਹੀ ਨਹੀਂ ਕਿਸੇ ਦਾ। ਪਤਾ ਤੇ ਉਦੋਂ ਲੱਗੇਗਾ ਨਾ ਜਦੋਂ ਧਰਮਰਾਜ ਨੇ ਲੇਖਾ ਜੋਖਾ ਮੰਗਣਾ। ਧਰਮਰਾਜ ਨੇ ਲੇਖਾ ਜੋਖਾ ਮੰਗਣਾ, ਫਿਰ ਪਛਤਾਵੇ ਤੋਂ ਇਲਾਵਾ ਆਪਣੇ ਪੱਲੇ ਕੁਝ ਨਹੀਂ ਰਹਿ ਜਾਣਾ ਗੁਰਮੁਖੋ, ਕੁਝ ਨਹੀਂ ਰਹਿ ਜਾਣਾ। ਦਾਸ ਦੀ ਇੱਕ ਬੇਨਤੀ ਜੋਦੜੀ ਹੋਰ ਹੈ, ਪਹਿਲਾਂ ਵੀ ਕਈ ਵਾਰ ਵਿਚਾਰ ਹੋ ਚੁੱਕੀ ਕਿ ਦੇਖੋ ਦਾਸ ਨੂੰ ਸਿਰਫ ਜਾਂ 100 ਬੰਦਾ ਰਹਿ ਜਾਵੇ ਜਾਂ 50 ਬੰਦੇ ਰਹਿ ਜਾਣ, ਪਰ ਜਿਸ ਨੇ ਭਗਤੀ ਕਰਨੀ ਹੈ, ਜਿਸ ਨੇ ਮਾਲਕ ਨੂੰ ਮਿਲਣਾ ਹੈ, ਉਹ ਜੀਵ ਹੀ ਇਸ ਗਰੁੱਪ ਦੇ ਵਿੱਚ ਰੁਕਣਾ। ਨਜ਼ਾਰਾ ਦੇਖਣ ਵਾਲੇ ਜੀਵ ਗਰੁੱਪ ਦੇ ਵਿੱਚ ਨਾ ਰੁਕਣ। ਸਿਰਫ ਭਗਤੀ ਵਾਲੇ, ਮਾਲਕ ਦੇ ਮਿਲਾਪ ਵਾਲੇ, ਦਇਆ ਵਾਲੇ, ਧਰਮ ਵਾਲੇ, ਰਹਿਮ ਵਾਲੇ